ਸੋਢੀ ਸਾਹਿਬ ਕਿਵੇਂ ਦੇਖਦੇ ਹੋ ਇਸ ਪੂਰੀ ਕਵਾਇਦ ਨੂੰ? ਜੋ ਗੱਲ ਮੁਲਾਜ਼ਮ ਜਥੇਬੰਦੀਆਂ ਦੀ ਹੈ ਉਹ ਵੀ ਉਹਨਾਂ ਨੇ ਆਪਣੀ ਡਿਟੇਲਡ ਜਿਹੜੀ ਗੱਲ ਹੈ ਉਹ ਕਹਿ ਦਿੱਤੀ ਹੈ, ਔਰ ਜੋ ਸਰਕਾਰ ਦਾ ਰੁਖ ਹੈ ਉਹ ਤਾਂ ਸਪਸ਼ਟ ਤੌਰ ਤੇ ਸਾਹਮਣੇ ਆ ਹੀ ਗਿਆ। ਵਿਜੇਪਾਲ ਜੀ, ਜਿਹੜੀ ਵਿਸ਼ੇ ਤੇ ਆਪਾਂ ਡਿਬੇਟ ਕਰ ਰਹੇ ਹਾਂ, ਇਸ ਵਿਸ਼ੇ ਦੇ ਉੱਪਰ ਡਿਬੇਟਾਂ ਪਹਿਲਾਂ ਵੀ ਹੋਈਆਂ, ਲੇਕਿਨ ਜਿਸ ਤਰ੍ਹਾਂ ਦਾ ਅੱਜ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜਿਸ ਤਰ੍ਹਾਂ ਦਾ ਮੁਲਾਜ਼ਮਾਂ ਨੂੰ ਇੱਕ ਚੇਤਾਵਨੀ ਦਿੱਤੀ ਹੈ, ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਕਿ ਜਦੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਆ ਸਾਡੇ ਪੰਜਾਬ ਦੇ ਬਣੇ ਨੇ, ਤੇ ਜਦੋਂ ਉਹ ਮੁਲਾਜ਼ਮ ਜਥੇਬੰਦੀਆਂ ਦੇ ਧਰਨੇ ਲੱਗੇ ਹੁੰਦੇ ਸੀ ਤੇ ਉਹਨਾਂ ਧਰਨਿਆਂ ਦੇ ਉੱਪਰ ਬੈਠ ਕੇ ਮੌਜੂਦਾ ਸਰਕਾਰ ਕੋਈ ਵੀ ਸੀ, ਚਾਹੇ ਕਾਂਗਰਸ ਦੀ ਸੀ, ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸੀ, ਤੇ ਉਦੋਂ ਇਹ ਕੋਸ ਕੇ ਜਿਹੜਾ ਸੀਗਾ ਉਹ ਸਰਕਾਰ ਨੂੰ ਭੰਡਦੇ ਹੁੰਦੇ ਸੀ। ਔਰ ਮੈਨੂੰ ਲੱਗਦਾ ਕਿ ਜਦੋਂ ਕਿਸੇ ਬੰਦੇ ਦੇ ਉੱਪਰ ਜ਼ਿੰਮੇਵਾਰੀ ਪੈਂਦੀ ਹੈ ਤੇ ਜਦੋਂ ਉਹ ਜ਼ਿੰਮੇਵਾਰੀ ਨਿਭਾ ਨਹੀਂ ਸਕਦਾ ਤੇ ਫਿਰ ਇਹੋ ਜਿਹੇ ਬਿਆਨ ਦੇ ਕੇ ਮੈਂ ਸਮਝਦਾ ਕਿ ਸੂਬੇ ਦੇ ਵਿੱਚ ਚਾਹੇ ਉਹ ਗਵਰਨਰ ਸਾਹਿਬ ਦੇ ਨਾਲ ਹੈ ਤੇ ਚਾਹੇ ਅੱਜ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਜਿਹੜਾ ਟਕਰਾਓ ਹੈ, ਇਹ ਮੈਂ ਸਮਝਦਾ ਕਿ ਸੂਬੇ ਦੇ ਹਿੱਤ ਦੇ ਵਿੱਚ ਨਹੀਂ ਹੈ। ਠੀਕ ਹੈ, ਕਿਉਂਕਿ ਜਦੋਂ ਸਾਨੂੰ ਉਹ ਗੱਲ ਵੀ ਯਾਦ ਹੈ ਕਿ ਜਦੋਂ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਜਿਹੜਾ ਸੂਬਾ ਹੋਊਗਾ ਉਹਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ, ਧਰਨਾ ਮੁਕਤ ਹੋ ਜਾਏਗਾ, ਤੋਂ ਰਹਿਤ ਹੋਊਗਾ, ਇਹ ਧਰਨਿਆਂ ਤੋਂ ਮੁਕਤ ਹੋ ਜਾਏਗਾ। ਲੇਕਿਨ ਅੱਜ ਜਿਸ ਤਰ੍ਹਾਂ ਦੀ ਮੈਂ ਸਮਝਦਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਪਰ ਬਿਲਕੁਲ ਸਾਡਾ ਜ਼ੀਰੋ ਟੋਲਰੈਂਸ ਹੈ, ਅਸੀਂ ਬਿਲਕੁਲ ਸਮਝੌਤਾ ਨਹੀਂ ਕਰਦੇ। ਲੇਕਿਨ ਜਿਹੜੇ ਵਿਅਕਤੀਆਂ ਨੂੰ ਅਧਿਕਾਰ ਮਿਲਿਆ ਤੇ ਉਹ ਉਹਨਾਂ ਅਧਿਕਾਰਾਂ ਦੇ ਨਾਲ ਕਰਤੱਵ ਨੂੰ ਸਮਝਦੇ ਹੋਏ ਜੇ ਆਪਣੀ ਸਟ੍ਰਾਈਕ ਕਰਦੇ ਨੇ, ਪਹਿਲਾਂ ਤਾਂ ਸਾਨੂੰ ਇਹ ਸੋਚਣਾ ਪਊਗਾ ਕਿ ਉਹ ਸਟ੍ਰਾਈਕ ਕਿਉਂ ਕਰਦੇ ਨੇ, ਉਹਨਾਂ ਨੂੰ ਕਿਉਂ ਲੋੜ ਪਈ। ਤੁਹਾਡੇ ਯਾਦ ਹੋਵੇਗਾ ਕਿ ਜਿਹੜੇ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ ਉਹਨਾਂ ਦੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ। ਠੀਕ ਹੈ, ਉਹਨਾਂ ਨੇ ਬਿਆਨ ਤਾਂ ਦਿੱਤਾ ਹੈ ਕਿ ਉਹ ਐਡੀ ਵੱਡੀ ਕਾਰਵਾਈ ਕਰ ਪਾਉਣਗੇ। ਤੁਹਾਡੇ ਯਾਦ ਹੋਵੇਗਾ ਜਦੋਂ ਮੁਹਾਲੀ ਦੇ ਵਿੱਚ ਇੱਕ ਪਲਾਟ ਦੇ ਵਿੱਚ IAS ਅਫਸਰ ਦਾ ਨਾਮ ਆਇਆ ਔਰ IAS ਅਫਸਰਾਂ ਦੀ ਜਿਹੜੀ ਲੌਬੀ ਸੀ ਉਹਨਾਂ ਨੇ ਸਰਕਾਰ ਨੂੰ ਜਿਹੜਾ ਉਸ ਫੈਸਲੇ ਦੇ ਉੱਪਰ ਝੁਕਾਤਾ। ਦੂਜੇ ਪਾਸੇ ਜਦੋਂ RTA ਦੇ ਵਿੱਚ PCS ਅਫਸਰ ਤੇ ਕੋਈ ਮਸਲਾ ਆਇਆ ਭ੍ਰਿਸ਼ਟਾਚਾਰ ਦਾ, ਉਸ ਸਮੇਂ ਕੋਈ ਕਾਰਵਾਈ ਨਹੀਂ ਹੋਈ, ਉਸ ਸਮੇਂ ਵੀ ਸਰਕਾਰ ਨੂੰ ਉਹਨਾਂ ਦੇ ਅੱਗੇ ਝੁਕਣਾ ਪਿਆ। ਜਦੋਂ ਮਾਲ ਅਫਸਰਾਂ ਦੇ ਕੋਈ ਭ੍ਰਿਸ਼ਟਾਚਾਰ ਦੀ ਗੱਲ ਆਈ ਉਦੋਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਲੇਕਿਨ ਮੇਰਾ ਕਹਿਣਾ ਇਹ ਹੈ ਕਿ ਇਹ ਸੂਬੇ ਦੇ ਹਿੱਤ ਵਿੱਚ ਗੱਲ ਨਹੀਂ ਹੈ। ਮੁਲਾਜ਼ਮ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ। ਗੱਲਬਾਤ ਕਰਕੇ ਜੇ ਉਹਨਾਂ ਦੀ ਕੋਈ ਮੰਗ ਰਹਿੰਦੀ ਹੈ ਉਹ ਮੌਕੇ ਤੇ ਪੂਰੀ ਕਰਨੀ ਚਾਹੀਦੀ ਹੈ। ਜੇ ਕੋਈ ਰਹਿ ਗਈ ਤੇ ਉਹਦੇ ਲਈ ਕੋਈ ਕਮਿਸ਼ਨ ਬਿਠਾ ਕੇ ਜਾਂ ਕੋਈ ਕਮੇਟੀ ਬਿਠਾ ਕੇ ਉਸ ਜਿਹੜੀ ਅਧੂਰੀ ਮੰਗ ਨੂੰ ਪੂਰਾ ਕਰਨਾ ਚਾਹੀਦਾ। ਠੀਕ ਹੈ, ਪੀਰ ਮੁਹੰਮਦ ਜੀ ਤੁਹਾਡਾ ਕਮੈਂਟ ਚਾਹੂੰਗਾ ਮੈਂ ਇਸ ਤੇ। ਬਰਾੜ ਸਾਹਿਬ, ਗੱਲ ਇਹ ਆ ਕਿ ਦੇਖੋ ਇਹ ਜਿਹੜੀ ਧਰਨਿਆਂ ਪ੍ਰਦਰਸ਼ਨਾਂ ਦੇ ਵਿੱਚੋਂ ਬਣੀ ਹੋਈ ਪਾਰਟੀ ਆਮ ਆਦਮੀ ਪਾਰਟੀ ਅੱਜ ਇਹੋ ਜਿਹੀਆਂ ਧਮਕੀਆਂ ਹਿਟਲਰ ਸ਼ਾਹੀ ਇਸ ਤਰੀਕੇ ਦੇ ਨਾਲ ਪੇਸ਼ ਆਉਣਾ ਕਿ ਦੇਖੋ ਜੀ ਤੁਹਾਡੀਆਂ ਕਲਮਾਂ ਜਿਹੜੀਆਂ ਉਹ ਅੱਗੇ ਹੋਰ ਫੜਾ ਦਿਆਂਗੇ। ਭਾਈ ਜਿਨ੍ਹਾਂ ਤੁਹਾਨੂੰ ਕਲਮਾਂ ਫੜਾਈਆਂ ਨੇ ਉਹ ਪੰਜਾਬ ਦੇ ਲੋਕ ਨੇ, ਉਹਨਾਂ ਦੇ ਧੀਆਂ ਪੁੱਤ ਨੇ ਮੁਲਾਜ਼ਮ, ਜਿਹੜੇ ਕੋਈ ਕਾਨੂੰਗੋ ਬਣਿਆ, ਕੋਈ ਪਟਵਾਰੀ ਬਣਿਆ, ਕੋਈ ਕਿਸੇ ਰੁਤਬੇ ਤੇ, ਕੋਈ ਕਿਸੇ ਰੁਤਬੇ ਤੇ। ਦੇਖੋ ਜਿਹੜੀ ਤਕਲੀਫ ਹੁੰਦੀ ਹੈ ਜਦੋਂ ਵੀ ਕਿਸੇ ਮੁਲਾਜ਼ਮ ਨੂੰ ਹੁੰਦੀ ਹੈ, ਕਿਸੇ ਅਫੀਸਰ ਨੂੰ ਹੁੰਦੀ ਹੈ, ਤਾਂ ਉਹਨੇ ਸਰਕਾਰ ਦੇ ਸਾਹਮਣੇ ਰੱਖਣੀ ਹੁੰਦੀ ਹੈ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਿਹੜੇ ਭ੍ਰਿਸ਼ਟਾਚਾਰ ਦੀ ਗੱਲ ਅਬਾਬ ਸਿੰਘ ਗਰੇਵਾਲ ਕਹਿੰਦੇ ਨੇ, ਇਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਦੋ ਤਾਂ ਮੰਤਰੀ ਆਪਣੇ, ਇੱਕ ਮੰਤਰੀ ਨੂੰ ਤਾਂ ਤੁਸੀਂ ਜੇਲ੍ਹ 'ਚ ਦਿੱਤਾ ਔਰ ਫਿਰ ਉਹਨੂੰ ਆਪਣੀ ਪਾਰਟੀ ਦੇ ਵਿੱਚ ਅਜੇ ਤੱਕ ਬਿਠਾਇਆ ਹੋਇਆ, ਦੂਸਰੇ ਮੰਤਰੀ ਕੋਲੋਂ ਤੁਸੀਂ ਅਸਤੀਫਾ ਲਿਆ ਸਰਾਰੀ ਸਾਹਿਬ ਕੋਲੋਂ, ਤੇ ਤੀਸਰਾ MLA ਤੁਹਾਡਾ ਪਤਾ ਨਹੀਂ ਜੇਲ੍ਹ ਦੇ ਵਿੱਚ ਜਾਂ ਉਹਦੀ ਬੇਲ ਹੋ ਗਈ ਹੈ। ਤੇ ਤੁਸੀਂ ਕਿਹੜੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੀ ਗੱਲ ਕਰਦੇ ਹੋ? ਜਦੋਂ ਜੇ ਤੁਸੀਂ ਕਹਿੰਦੇ ਜੀ ਉੱਪਰੋਂ ਸ਼ੁਰੂ ਕਰਨਾ ਤੇ ਉੱਪਰੋਂ ਦਾ ਭ੍ਰਿਸ਼ਟਾਚਾਰ ਤੁਸੀਂ ਆਪ ਸ਼ੁਰੂ ਕਰ ਦਿੱਤਾ ਤੇ ਥੱਲੇ ਤੱਕ ਭ੍ਰਿਸ਼ਟਾਚਾਰ। ਹੁਣ ਤੁਹਾਡੇ MLA ਸਾਹਿਬਾਨ ਜਾ ਕੇ ਜਿਹੜੇ ਆ ਮਾਲ ਅਫਸਰਾਂ ਦੀਆਂ ਕੁਰਸੀਆਂ ਦੇ ਉੱਤੇ ਬੈਠਣਗੇ ਤਾਂ ਕੀ ਮੈਸੇਜ ਆਏਗਾ? ਆਪਣੀ ਕੁਰਸੀ ਤੁਹਾਡੇ ਕੋਲ ਸੰਭਾਲੀ ਨਹੀਂ ਜਾਂਦੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਹੈ, ਇੱਕ ਨਾ ਉਹਦੇ ਤੇ ਇੱਕ ਇਹੋ ਜਿਹਾ ਮਾਹੌਲ ਬਣਾ ਦਿੰਦੇ ਆ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਚਲਾ ਜਾਵੇ। ਹੁਣ ਤੁਸੀਂ ਦੇਖੋ ਇਹ 4 ਦਿਨ ਇਹੋ ਰੌਲਾ ਚੱਲਦਾ ਰਹੇਗਾ, ਅਖੀਰ ਇਹਨਾਂ ਨੇ ਮੁਲਾਜ਼ਮਾਂ ਨਾਲ ਬੈਠਣਾ, ਹੜਤਾਲ ਵੀ ਵਾਪਸ ਹੋਣੀ ਹੈ, ਸਭ ਕੁਝ ਹੋਣਾ, ਲੇਕਿਨ
ਇੱਕ ਜਿਹੜਾ ਅਸਲ ਮੁੱਦੇ ਕੀ ਹੈ, ਪੰਜਾਬ ਦੇ ਵਿੱਚ ਹੜ੍ਹ ਆਏ ਨੇ, ਥਾਂ ਦੇ ਉੱਤੋਂ ਬੰਨ ਟੁੱਟ ਰਹੇ ਨੇ, ਲੋਕ ਆਪਣੀ ਕਿਸਮਤ ਦਾ ਫੈਸਲਾ ਆਪ ਲੈ ਰਹੇ ਨੇ, ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਕੇਂਦਰ ਦੇ ਨਾਲ ਟਕਰਾਅ ਹੈ, ਗਵਰਨਰ ਸਾਹਿਬ ਇਹਨਾਂ ਨੂੰ ਧਮਕੀਆਂ ਦੇ ਰਹੇ ਆ, ਇਹ ਉਹਨਾਂ ਨੂੰ ਧਮਕੀਆਂ ਦੇ ਰਹੇ ਆ। ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕਿ ਲੋਕ, ਕੋਈ ਸੁਸਾਈਡ ਕਰ ਰਿਹਾ ਹੈ, ਕੋਈ ਥਾਣਿਆਂ ਦੇ ਵਿੱਚ ਕੁੱਟਮਾਰ ਹੋਈ ਜਾ ਰਹੀ ਹੈ, ਕੋਈ ਥਾਣੇ ਦੇ ਵਿੱਚ ਜਾ ਕੇ ਲੋਕ ਹੀ ਥਾਣੇ ਦੇ ਲੋਕਾਂ ਨੂੰ ਕੁੱਟੀ ਜਾ ਰਹੇ ਆ। ਕਿਹੋ ਜਿਹੇ ਮਾਹੌਲ ਦੇ ਵਿੱਚੋਂ ਅੱਜ ਗੁਜ਼ਰ ਰਿਹਾ ਪੰਜਾਬ, ਤੇ ਇਹ ਕਹਿੰਦੇ ਕਿ ਲਾ ਐਂਡ ਆਰਡਰ ਬਹੁਤ ਵਧੀਆ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਦੇਖੋ ਸੂਬੇ ਦੀ ਕਿਹੋ ਜਿਹੀ ਤਰੱਕੀ ਹੋਵੇਗੀ, ਕੀ ਇੱਥੇ ਇੰਡਸਟਰੀ ਲੱਗੇਗੀ, ਜਿਹੜੀ ਇੰਡਸਟਰੀ ਲੱਗੀ ਹੋਈ ਹੈ ਕੀ ਉਹ ਭੱਜੇਗੀ ਨਹੀਂ। ਇਸ ਦੇ ਮਸਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਕਿ ਕਿਵੇਂ ਬਾਦਲ ਸਾਹਿਬ ਬੜੇ ਪਿਆਰ ਦੇ ਨਾਲ ਮੁਲਾਜ਼ਮਾਂ ਦੇ ਨਾਲ ਪੇਸ਼ ਆਉਂਦੇ ਸੀ, ਤੇ ਅੱਜ ਵੀ ਉਹਨਾਂ ਨੂੰ ਮੁਲਾਜ਼ਮ ਯਾਦ ਕਰਦੇ ਆ। ਲੇਕਿਨ ਇਹ ਇਸ ਤਰ੍ਹਾਂ ਦੀ ਧੱਕੇਸ਼ਾਹੀ, ਅਸੀਂ ਜੀ ਤੁਹਾਡੇ ਕੋਲ ਕਲਮਾ ਖੋਹ ਲਾਂਗੇ, ਤੁਹਾਡੀ ਜਗ੍ਹਾ ਹੋਰ ਭਰਤੀ ਕਰ ਲਾਂਗੇ। ਤੇ ਮੈਂ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਾਂਗਾ ਕਿ ਦੇਖੋ, ਤੁਸੀਂ ਪਿਛਲੇ ਸਮੇਂ ਦੇ ਵਿੱਚ ਭੁਲੇਖੇ ਦੇ ਨਾਲ ਜਿਹੜੀ ਗਲਤੀ ਕੀਤੀ ਹੈ ਉਹਦੇ ਵਿੱਚ ਆਪਣਾ ਸੁਧਾਰ ਕਰੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਸਿਰਜਣ ਦੀ ਲੋੜ ਹੈ। ਲੋਕਾਂ ਦੇ ਨਾਲ ਇੱਕ ਪਬਲਿਕ ਡੀਲਿੰਗ ਜਿਹੜੀ ਉਹ ਵਧੀਆ ਹੋਣੀ ਚਾਹੀਦੀ। ਕਈ ਥਾਵਾਂ ਤੇ ਵੀਡੀਓ ਫੁਟੇਜ ਵੀ ਆ ਰਹੇ ਨੇ ਸਾਹਮਣੇ ਕਿ ਕੋਈ ਇੱਕ ਆ ਮੈਂ ਵੇਖ ਰਿਹਾ ਸੀ ਇੱਥੇ, ਸ਼ਾਇਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਏਰੀਏ ਦੀ ਹੈ, ਕਿ ਇੱਕ ਕੋਈ ਤਹਿਸੀਲਦਾਰ ਬੀਬੀ ਹੈ, ਉਹਦੇ ਕੋਲ ਕੋਈ ਆਧਾਰ ਕਾਰਡ ਬਣਾਉਣ ਜਾ ਰਿਹਾ, ਤੇ ਉਹ ਕਹਿੰਦੇ ਜੀ ਪਹਿਲਾਂ ਉਹਨਾਂ ਨਾਲ ਬਾਹਰ ਗੱਲ ਕਰੋ। ਉਹ ਵੀਡੀਓ ਫੁਟੇਜ ਦੇ ਵਿੱਚ ਆਣ ਕੇ ਆਪਣਾ ਜਿਹੜਾ ਵਿਅਕਤੀ ਹੈ ਉਹ ਕਹਿੰਦਾ ਜੀ ਇਹ ਤਾਂ 150-200 ਰੁਪਏ ਦਾ ਕੰਮ ਹੈ, ਤੁਸੀਂ 500 ਕਾਹਦਾ ਮੰਗ ਰਹੇ ਹੋ। ਸੋ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਰੋਜ਼ ਹੀ ਆਪਾਂ ਆ ਰਹੀਆਂ ਨੇ ਟੀਵੀ ਚੈਨਲਾਂ ਤੇ। ਤੁਸੀਂ ਚੰਗਾ ਹੈ ਕਿ ਤੁਸੀਂ ਅੱਜ ਇਸ ਪਾਸੇ ਵੱਲ ਧਿਆਨ ਦਿੱਤਾ, ਪਰ ਇਹ ਜਿਹੜੀ ਹੜਤਾਲ ਹੈ, ਇਸ ਹੜਤਾਲ ਤੋਂ ਪਹਿਲਾਂ ਟੇਬਲ ਟਾਕ ਕੀਤੀ ਜਾਂਦੀ ਔਰ ਇਹਨਾਂ ਮੁਲਾਜ਼ਮਾਂ ਨੂੰ ਸੰਤੁਸ਼ਟ ਕੀਤਾ ਜਾਂਦਾ। ਉਹਨਾਂ ਦਾ ਹੱਕ ਹੈ ਤੇ ਉਹਨਾਂ ਦਾ ਹੱਕ ਖੋਇਆ ਨਹੀਂ ਜਾਣਾ ਚਾਹੀਦਾ। ਮੈਂ ਕਮਰ ਹਰਪ੍ਰੀਤ ਜੀ ਵੀ ਬੈਠੇ ਨੇ। ਕਮਰ ਹਰਪ੍ਰੀਤ ਜੀ, ਤੁਹਾਡੇ ਤੋਂ ਵੀ ਕਮੈਂਟ ਚਾਹੂੰਗਾ, ਫਿਰ ਮੈਂ ਬਾਬ ਗਰੇਵਾਲ ਜੀ ਕੋਲੋਂ ਕਈ ਸਾਰੇ ਸਵਾਲ ਇਕੱਠੇ ਹੋ ਗਿਆ। ਵੇਖੋ ਬਰਾੜ ਸਾਹਿਬ, ਗੱਲ ਇਹ ਹੈ ਵੀ ਹੜਤਾਲ ਜੇਕਰ ਕਿਸੇ ਵੀ ਮੁਲਾਜ਼ਮ ਵਰਗ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦਾ ਨੁਕਸਾਨ ਜਿਹੜਾ ਹੈ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ, ਇਹ ਤਾਂ ਆਪਾਂ ਜਾਣਦੇ ਹਾਂ। ਬਿਲਕੁਲ ਠੀਕ ਹੈ। ਲੇਕਿਨ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ, ਕਈ ਵਾਰੀ ਮਜਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ ਕਿ ਕਰਮਚਾਰੀਆਂ ਨੂੰ ਹੜਤਾਲ ਕੀਤੇ ਬਿਨਾਂ ਵੀ ਉਹਨਾਂ ਦਾ ਸਰਦਾ ਨਹੀਂ, ਜਾਂ ਕਹਿ ਲਓ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ। ਹੁਣ ਜਿਹੜਾ ਤੁਸੀਂ ਗੱਲ ਕੀਤੀ ਕਿ ਐਸਮਾ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ, ਮੈਂ ਸਮਝਦਾ ਇਹ ਇੱਕ ਬਹਾਨੇ ਨਾਲ, ਆਨੇ ਬਹਾਨੇ ਲੋਕਤੰਤਰ ਦਾ ਗਲਾ ਘੁੱਟਣ ਦੀ ਸਾਜ਼ਿਸ਼ ਹੈ। ਕਿਉਂਕਿ ਜਿਹੜੇ ਕੋਈ ਕਰਮਚਾਰੀ, ਜਿਹੜੇ ਵੀ ਕੋਈ ਵਿਭਾਗ ਦੀ ਗੱਲ ਕਰੀਏ ਕਿ ਉਹਨਾਂ ਦੇ ਅੰਦਰ ਜੋ ਕਮੀਆਂ ਨੇ ਜਾਂ ਉਹਨਾਂ ਦੇ ਪੈਸੇ ਲੈਂਦੇ, ਜਿਵੇਂ ਤੁਸੀਂ ਦੱਸਿਆ ਵੀ ਫੜੇ ਜਾਂਦੇ ਨੇ ਤੇ ਉਹ ਹੜਤਾਲ ਤੇ ਬੈਠ ਜਾਂਦੇ ਨੇ, ਉਸ ਦੇ ਬਹਾਨੇ ਸਾਰੇ ਮੁਲਾਜ਼ਮ ਵਰਗ ਨੂੰ, ਮੈਂ ਇਹ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਕਿ ਸਾਰੇ ਮੁਲਾਜ਼ਮ ਵਰਗ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਵਾਂਝਾ ਕਰਨ ਦਾ ਯਤਨ ਇਹ ਸਰਕਾਰ ਕਰ ਰਹੀ ਹੈ। ਇਹ ਲੋਕਤੰਤਰ ਦਾ ਗਲਾ ਘੁੱਟਣ ਦਾ ਯਤਨ ਹੈ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਕਿ ਦੇਖੋ, ਇਮਾਨਦਾਰੀ ਦੇ ਜਿਹੜੇ ਮਾਪਦੰਡ ਹੁੰਦੇ ਨੇ ਨਾ, ਜਿਹੜੇ ਪੈਰਾਮੀਟਰ ਹੁੰਦੇ ਨੇ, ਉਹ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਨੇ। ਹੁਣ ਰੋਜ਼ ਤਾਂ ਇਹਨਾਂ ਦੇ ਐਮਐਲਏ ਪੈਸੇ ਲੈਂਦੇ ਫੜੇ ਜਾਂਦੇ ਨੇ, ਇਹਨਾਂ ਦੇ ਮੰਤਰੀ ਪੈਸੇ ਲੈਂਦੇ ਫੜੇ ਜਾਂਦੇ ਨੇ, ਕਦੇ ਇਹਨਾਂ ਦੇ ਮੰਤਰੀ ਜਿਹੜੇ ਜ਼ਮੀਨ ਘੁਟਾਲੇ 'ਚ ਫੜੇ ਜਾਂਦੇ ਨੇ, ਕਦੇ ਉਹ ਪੈਸੇ ਮੰਗਦੇ, ਉਹਨਾਂ ਦੀਆਂ ਆਡੀਓ ਲੀਕ ਹੋ ਜਾਂਦੀਆਂ। ਉਹਨਾਂ ਲਈ ਮਾਪਦੰਡ ਕੋਈ ਹੋਰ ਹੈ, ਤੇ ਜਿਹੜੇ ਮੁਲਾਜ਼ਮ ਨੇ, ਕਿਉਂਕਿ ਇਹ ਵਿਚਾਰੇ ਇਹ ਬੜੇ ਹੇਠਲੇ ਦਰਜੇ ਦੇ ਮੁਲਾਜ਼ਮ ਨੇ, ਕਿਉਂਕਿ ਇਹ ਸਿਆਸੀ ਨਹੀਂ ਨੇ, ਕਿਉਂਕਿ ਇਹਨਾਂ ਦੀ ਜਿਹੜੀ ਇਹ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇੰਟਰਫੇਰੈਂਸ ਨਹੀਂ ਹੈ, ਕਿਉਂਕਿ ਇਹ ਮੁਲਾਜ਼ਮ ਨੇ, ਕਿਉਂਕਿ ਇਹਨਾਂ ਨੂੰ ਮੁਲਾਜ਼ਮ ਹੀ ਕਿਹਾ ਜਾਂਦਾ ਹੈ। ਇਹ ਕੋਈ ਸਿਆਸੀ ਨਹੀਂ ਨੇ, ਇਹ ਕੋਈ ਐਮਐਲਏ ਮੰਤਰੀ ਨਹੀਂ ਨੇ। ਇਸ ਕਰਕੇ ਇਹਨਾਂ ਦਾ ਦਮਨ ਕੀਤਾ ਜਾ ਰਿਹਾ ਹੈ। ਕਿਉਂ ਮਾਨ ਸਾਹਿਬ ਆਪਣੇ ਜਿਹੜੇ ਵਜ਼ਾਰਤ ਵਿੱਚ ਬੈਠੇ ਲੋਕ ਨੇ ਉਹਨਾਂ ਕੋਲੋਂ ਉਹੀ ਸਵਾਲ, ਉਹਨਾਂ ਦੇ ਬਾਰੇ ਉਹੀ ਬਿਆਨਬਾਜ਼ੀਆਂ। ਨਹੀਂ, ਸੀਐਮ ਸਾਹਿਬ ਨੇ ਜਿਹੜੀ ਅੱਜ ਗੱਲ ਕਹੀ ਹੈ, ਹਰਪ੍ਰੀਤ ਜੀ ਇੱਕ ਸੈਕਿੰਡ, ਸੀਐਮ ਸਾਹਿਬ ਨੇ ਅੱਜ ਜਿਹੜੀ ਗੱਲ ਕਹੀ ਹੈ ਕਿ ਮੋਟੀਆਂ ਤਨਖਾਹਾਂ ਲੈਂਦੇ ਨੇ ਮੁਲਾਜ਼ਮ ਔਰ ਹੜਤਾਲ ਕਿਸੇ ਤਰੀਕੇ ਨਾਲ ਵਾਜਿਬ ਨਹੀਂ ਹੈ ਜਿੱਥੇ ਆਮ ਲੋਕ ਖੱਜਲ ਖੁਆਰ ਹੁੰਦੇ ਨੇ। ਜੇ ਮੁਲਾਜ਼ਮ ਜਥੇਬੰਦੀਆਂ ਦਾ ਇੱਕ ਵੱਡਾ ਤਬਕਾ ਹੈ ਤਾਂ ਲੋਕ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਨੇ। ਪੰਜਾਬ ਦੀ 3 ਕਰੋੜ ਆਬਾਦੀ ਹੈ, ਉਸ ਚੋਂ ਮੁਲਾਜ਼ਮ ਜੇ ਹੈਗੇ ਨੇ ਤਾਂ ਲੋਕਾਂ ਦਾ ਵੀ ਇੱਕ ਵੱਡਾ ਤਬਕਾ ਹੈ ਜਿਹਨੂੰ ਉਸ ਹੜਤਾਲ ਨਾਲ ਖੱਜਲ ਖੁਆਰੀ ਹੁੰਦੀ ਹੈ। ਨਹੀਂ, ਉਹ ਤਾਂ ਮੈਂ ਕਹਿ ਹੀ ਰਿਹਾ। ਹਾਂ,
ਉਹ ਤਾਂ ਮੈਂ ਕਹਿ ਹੀ ਰਿਹਾ ਬਰਾੜ ਸਾਹਿਬ, ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਬਿਨਾਂ ਸ਼ੱਕ ਹੁੰਦੀ ਹੈ, ਲੇਕਿਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਦਾ ਦਮਨ ਵੀ ਨਹੀਂ ਨਾ ਕੀਤਾ ਜਾ ਸਕਦਾ। ਤੇ ਜਿੱਥੇ ਤੱਕ ਤੁਸੀਂ ਤਨਖਾਹ ਦੀ ਗੱਲ ਕੀਤੀ ਹੈ, ਤਨਖਾਹ ਇਹਨਾਂ ਦੇ ਮੰਤਰੀਆਂ ਨੂੰ ਨਹੀਂ ਮਿਲਦੀ, ਤਨਖਾਹ ਇਹਨਾਂ ਦੇ ਵਿਧਾਇਕਾਂ ਨੂੰ ਨਹੀਂ ਮਿਲਦੀ, ਜਿਹੜੇ ਲੋਕਾਂ ਦੀਆਂ ਕੋਠੀਆਂ ਦਬਦੇ ਫਿਰਦੇ ਆ। ਤਨਖਾਹਾਂ ਕਿਹਨਾਂ ਨੂੰ ਨਹੀਂ ਮਿਲਦੀਆਂ? ਜਿਹੜੇ ਬੜੇ ਸਰਕਟ ਹਾਊਸਾਂ ਦੇ ਵਿੱਚ ਪੈਸੇ ਲੈਂਦੇ ਫੜੇ ਜਾਂਦੇ ਆ, ਤਨਖਾਹ ਤਾਂ ਉਹ ਵੀ ਲੈਂਦੇ ਆ। ਫਿਰ ਉਹ ਕਿਉਂ, ਉਹਨਾਂ ਨੂੰ ਕਿਉਂ ਸਪੇਅਰ ਕੀਤਾ ਜਾਂਦਾ? ਉਹਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਕੱਢਣ ਦੇ ਕੰਮ ਕਿਉਂ ਕੀਤੇ ਜਾਂਦੇ ਆ? ਫਿਰ ਪਬਲਿਕ ਪ੍ਰੈਸ਼ਰ ਦੇ ਅਧੀਨ ਕਾਰਵਾਈ। ਤੇ ਜੇ ਆਪਾਂ ਪਬਲਿਕ ਪ੍ਰੈਸ਼ਰ ਦੀ ਵੀ ਗੱਲ ਕਰ ਰਹੀਏ ਤਾਂ ਇੰਨੇ ਇੱਕ ਬੇਸ਼ਰਮ ਹੋ ਚੁੱਕੀ ਹੈ ਇਹ ਸਰਕਾਰ ਕਿ ਇਹ ਜਿਹੜਾ ਧਾਲੀਵਾਲ ਤੇ ਜਿਹੜਾ ਉਹ ਕਟਾਰੂ ਚੱਕ, ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ 92 ਏਕੜ ਜ਼ਮੀਨ ਉਹਨਾਂ ਨੇ ਦੱਬੀ ਹੈ, ਜਿਹੜੀ BDPO ਦੇ ਰਾਹੀਂ ਉਹਨਾਂ ਨੇ ਉਹ ਜ਼ਮੀਨ ਗੈਰ ਕਾਨੂੰਨੀ ਤੌਰ ਤੇ ਅਸੰਵਿਧਾਨਕ ਤਰੀਕੇ ਨਾਲ ਅਲਾਟ ਕਰਾਈ ਹੈ, ਉਹਦੇ ਤੇ ਕਾਰਵਾਈ ਕਿਉਂ ਨਹੀਂ? ਮਸਲਾ ਹੈ। ਚਲੋ ਮੈਂ ਗਰੇਵਾਲ ਸਾਹਿਬ ਤੋਂ, ਗਰੇਵਾਲ ਸਾਹਿਬ ਹੁਣ ਕਾਫੀ ਚੀਜ਼ਾਂ ਇਕੱਠੀਆਂ ਹੋ ਗਈਆਂ। ਪਹਿਲਾਂ ਤਾਂ ਜਿਹੜੀ ਗੱਲ ਮੁਲਾਜ਼ਮ ਯੂਨੀਅਨ ਦੇ ਆਗੂ, ਠੀਕ ਹੈ ਹਰਪ੍ਰੀਤ ਜੀ ਇੱਕ ਸੈਕਿੰਡ, ਠੀਕ ਹੈ ਇੱਕ ਮਿੰਟ। ਇੱਕ DSP ਪਿਛਲੇ ਸਮੇਂ 'ਚ ਫੜਿਆ ਗਿਆ ਸੀਗਾ, ਉਹਨੇ ਇਹ ਗੱਲ ਕਹੀ ਕਿ ਮੈਂ MLA ਨੂੰ ਪੈਸੇ ਲੈ ਕੇ ਦਿੰਦਾ, ਜਿਹੜੇ ਲੋਕਾਂ ਕੋਲ ਪੈਸੇ ਲੈਣਾ ਮੈਂ ਉਹ ਆਪਣੇ MLA ਨੂੰ ਦੇਣਾ। ਕੀ ਉਸ MLA ਦੇ ਉੱਤੇ ਕਾਰਵਾਈ ਕੀਤੀ ਹੈ ਸਰਕਾਰ ਨੇ? ਕਿਉਂ ਨਾ ਉਹ ਤਾਂ ਪੁੱਛਗਿੱਛ ਕੀਤੀ ਭਾਈ ਵੀ ਤੂੰ DSP ਨੂੰ ਰਿਸ਼ਵਤ? ਗਰੇਵਾਲ ਸਾਹਿਬ ਆਪਾਂ ਜਵਾਬ ਲੈ ਲਈਏ ਇੱਕ ਸੈਕਿੰਡ, ਆਪਣੇ ਕੋਲ ਬੁਲਾਰੇ ਜ਼ਿਆਦਾ ਨੇ, ਸਮਾਂ ਘੱਟ ਹੈ, ਇਸ ਕਰਕੇ ਉਹਨਾਂ ਦਾ ਪੱਖ ਲੈਣਾ ਬੜਾ ਜ਼ਰੂਰੀ ਹੈ। ਗਰੇਵਾਲ ਸਾਹਿਬ, ਪਹਿਲਾ ਸਵਾਲ ਤਾਂ ਇਹ ਹੈ ਕਿ ਧਰਨਿਆਂ ਚੋਂ ਨਿਕਲੀ ਪਾਰਟੀ ਹੁਣ ਧਰਨੇ ਪ੍ਰਦਰਸ਼ਨ ਨੂੰ ਰੋਕਣਾ ਚਾਹ ਰਹੀ ਹੈ ਜਾਂ ਉਸ ਨੂੰ ਲੈ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ, ਸਖਤੀ ਕੀਤੀ ਜਾ ਰਹੀ ਹੈ? ਇਹ ਤੁਹਾਡੇ ਤੇ ਵੱਡੇ ਸਵਾਲ ਨੇ। ਦੂਜਾ ਤੁਹਾਡੇ ਤੇ ਹੈ ਕਿ ਤੁਹਾਡੀ ਆਪਦੀ ਪਾਰਟੀ ਦੇ ਆਗੂ ਜੇ ਕਦੇ ਕਰਪਸ਼ਨ ਦੇ ਵਿੱਚ ਇਨਵੋਲਵ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਪਾਰਟੀ ਦੇ ਮਾਪਦੰਡ ਵੱਖਰੇ ਨੇ, ਇਹ ਤੁਹਾਡੀਆਂ ਵਿਰੋਧੀ ਧਿਰਾਂ ਕਹਿ ਰਹੀਆਂ ਨੇ, ਹੈ ਨਾ। ਤੀਸਰੀ ਗੱਲ ਇਸ ਦੇ ਵਿੱਚ ਜਿਹੜੀ ਹੈਗੀ ਹੈ ਵੀ ਜੇ ਮੁਲਾਜ਼ਮ ਜਥੇਬੰਦੀਆਂ ਕਿ ਜਿਵੇਂ ਕਹਿ ਰਹੀਆਂ ਨੇ ਵੀ ਜੇ ਸਾਡੇ ਨਾਲ ਗੱਲ ਹੋ ਜੇ ਤਾਂ ਸਾਨੂੰ ਲੋੜ ਨਾ ਪਵੇ ਜਿਹੜਾ ਹੈ ਧਰਨੇ ਪ੍ਰਦਰਸ਼ਨਾਂ ਦੀ ਜਾਂ ਹੜਤਾਲਾਂ ਤੇ ਜਾਣ ਦੀ। ਬਰਾੜ ਸਾਹਿਬ, ਪਹਿਲਾਂ ਮੈਂ ਪਟਵਾਰੀ ਵੀਰਾਂ ਦਾ ਜਵਾਬ ਦਊਂਗਾ, ਸਿਆਸੀ ਗੱਲ ਤੇ ਮੈਂ ਬਾਅਦ ਜਾਊਂਗਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ, ਤੁਹਾਡੀਆਂ ਮੰਗਾਂ ਬਹੁਤ ਜਾਇਜ਼। ਤੁਹਾਨੂੰ ਕੱਲੇ ਨੂੰ 2-2 ਅਸਿਸਟੈਂਟ ਹਾਇਰ ਕਰਨੇ ਪੈਂਦੇ ਆ, ਤੁਹਾਡੇ ਤੇ ਵਰਕਲੋਡ ਹੈਗਾ, ਅਸੀਂ ਸਮਝਦੇ ਹਾਂ ਕਿ ਤੁਹਾਡੇ ਜਿੱਥੇ ਕਮੀਆਂ ਨੇ, ਸਾਨੂੰ ਪਤਾ ਇਸ ਸਿਸਟਮ 'ਚ ਕਮੀਆਂ ਨੇ ਵੀਰੋ, ਅਸੀਂ ਸਮਝਦੇ ਹਾਂ, ਅਸੀਂ ਤੁਹਾਡੇ ਖਿਲਾਫ ਨਹੀਂ, ਅਸੀਂ ਮੁਲਾਜ਼ਮਾਂ ਦੇ ਖਿਲਾਫ ਨਹੀਂ। ਪਹਿਲੀ ਗੱਲ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਸਟੈਂਡ ਲੈਣਾ ਕਿਸੇ ਦੇ ਫੜੇ ਜਾਣ ਤੇ, ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦਿੰਦਾ। ਮੇਰੇ ਕੋਲ ਇੱਕ ਆਏ ਸੱਜਣ, ਉਹਨਾਂ ਦੇ ਕੋਈ ਰਿਸ਼ਤੇਦਾਰ ਪਟਵਾਰੀ ਸੀ, ਉਹ ਫੜੇ ਗਏ, ਉਹ ਕਹਿੰਦੇ ਵੀ ਪੈਸੇ ਉਹਨਾਂ ਦੇ ਬਟੂਏ 'ਚ ਲੱਭੇ, ਉਹਨਾਂ ਦੇ ਹੱਥੋਂ ਥੋੜੀ ਲੱਭੇ ਆ। ਮੈਂ ਮਤਲਬ ਹੈਰਾਨ ਹੋ ਗਿਆ ਸੁਣ ਕੇ। ਐਂਡ ਮੈਂ ਬਰਾੜ ਸਾਹਿਬ, ਮੈਂ ਛੋਟਾ ਹੁੰਦਾ ਸੀ, 16 ਸਾਲ ਦੀ ਉਮਰ ਦਾ, ਆਪਣੇ ਜੱਟਾਂ ਦੀ ਜੂਨੀ ਇਹੀ ਰਹਿ ਜਾਂਦੀ ਹੈ, ਮੈਂ ਇੱਥੇ ਧੱਕੇ ਖਾਂਦਾ ਰਿਹਾ, ਮੈਨੂੰ ਪਤਾ ਹੈ ਸਿਸਟਮ ਕਿਵੇਂ ਚੱਲਦਾ। ਮੈਂ ਮੰਨਦਾ ਕਿ ਬਹੁਤ ਕਮੀਆਂ ਨੇ, ਪਰ ਗੱਲ ਕਰਨੀ ਹੈ ਤੁਹਾਡੇ ਲਈ ਦਰਵਾਜ਼ੇ ਹਮੇਸ਼ਾ ਮਾਨ ਸਾਹਿਬ ਦੇ ਖੁੱਲੇ ਨੇ, ਜਦੋਂ ਮਰਜ਼ੀ ਕਰੋ। ਤੁਹਾਡੇ ਕੋਲ ਕਮੀਆਂ, ਤੁਸੀਂ ਬਹੁਤ ਰਿਸਟ੍ਰਿਕਟਡ ਥਾਂ 'ਚ ਕੰਮ ਕਰਦੇ ਹੋ, ਬਹੁਤ ਤੰਗੀਆਂ 'ਚ ਕੰਮ ਕਰਦੇ ਹੋ, ਅਸੀਂ ਸਮਝਦੇ ਹਾਂ, ਪਰ ਤੁਸੀਂ ਸਰਕਾਰੀ ਮੁਲਾਜ਼ਮ ਹੋ, ਤੁਸੀਂ ਰੀੜ੍ਹ ਦੀ ਹੱਡੀ ਹੋ, ਪਲੀਜ਼ ਤੁਸੀਂ ਰੀਜ਼ਨੇਬਲ ਗੱਲ ਕਰੋ, ਆਓ ਗੱਲ ਕਰ ਲੈਣੇ, ਪਰ ਇਹੋ ਜਿਹੀ ਗੱਲ ਤੇ ਸਟੈਂਡ ਨਾ ਲਓ। ਹੁਣ ਮੈਂ ਸਿਆਸੀ ਜਵਾਬ ਤੇ ਆਉਣਾ। ਮੈਨੂੰ ਗੱਲਾਂ ਨਾ ਕਿਸ਼ਤਾਂ ਸੁਣਦੀਆਂ ਸੀ, ਇਸ ਕਰਕੇ ਮੈਂ ਕੀਵਰਡਸ ਫੜ ਲਏ ਜੀ। ਮੈਂ ਜਿਹੜੀ BJP ਵਾਲੇ ਕਹਿ ਰਹੇ ਸੀਗੇ ਜੀ ਕਿ ਜ਼ਿੰਮੇਵਾਰੀ ਨਾ ਹੋਣਾ ਚਾਹੀਦਾ, ਸਰ ਜੀ ਇਹ ਸਿਸਟਮ ਤੁਹਾਡਾ ਚਲਾਇਆ ਹੋਇਆ, ਬਣਾਇਆ ਹੋਇਆ। ਜੇ ਟੇਬਲ ਟਾਕ ਕਰਨੀ ਸੀ ਤਾਂ 750 ਕਿਸਾਨ ਵਿਚਾਰਾ ਕਿਉਂ ਸ਼ਹੀਦ ਹੋਣ ਦੇਣਾ ਸੀ? ਟੇਬਲ ਟਾਕ ਹੀ ਕਰ ਲੈਂਦੇ। ਹੁਣ ਤਾਂ ਇਹ ਵੀ ਪਤਾ ਲੱਗ ਗਿਆ ਕਿ ਨੀਤੀ ਆਯੋਗ 'ਚ ਕਿਹੜੇ ਬੰਦੇ ਬੈਠ ਕੇ ਕਿਸਾਨ ਕਾਨੂੰਨ ਬਣਾ ਰਹੇ ਸੀ, ਕਿਹੜੇ ਬਿਜ਼ਨਸ ਵਾਲੇ ਨਾਲ। ਟੇਬਲ ਟਾਕ ਤੁਸੀਂ ਕੀ ਕਰਨੀ ਸੀ? ਤੁਸੀਂ ਤਾਂ ਬੰਦੇ ਮਰਵਾਉਣੇ ਸੀ, ਤੁਸੀਂ ਮੁੜ ਕੇ ਸਕੀਮਾਂ ਲਵਾਉਣੀਆਂ ਸੀ। ਤੁਸੀਂ ਗੱਲ ਅੱਜ ਦੇ ਵਿਸ਼ੇ ਤੇ ਸਾਰਾ ਕਲੀਅਰ ਹੋ ਗਿਆ, ਰਿਪੋਰਟਾਂ ਆ ਗਈਆਂ ਕਿਵੇਂ ਨੀਤੀ ਆਯੋਗ 'ਚ ਬੈਠ ਕੇ ਤੁਸੀਂ ਕਿਸਾਨਾਂ ਦੀ। ਸਰ ਰੁਕੋ ਮੈਨੂੰ ਬੋਲਣ ਤੁਹਾਡੀ ਸਰ ਮੈਨੂੰ ਵੈਸੇ ਵੀ ਗੱਲ ਨਹੀਂ ਸੁਣ ਰਹੀ, ਮੈਨੂੰ ਗੱਲ ਕਰਨ ਦਿਓ। ਚਲੋ ਤੁਹਾਡੀ ਸਰ ਸ਼ਾਰਟ ਨਹੀਂ ਹੈ, ਮੈਨੂੰ ਗੱਲ ਕਰਨ। ਕਿਸਾਨ ਤੁਹਾਡੀ ਸਰਕਾਰ ਦੇ ਕਿਸਾਨ ਲੌਂਗੋਵਾਲ ਕੀ ਹੋਇਆ? ਤੁਹਾਡੀ ਗੱਲ ਨਹੀਂ ਸੁਣ ਰਹੀ। ਤੁਸੀਂ ਕੀ ਹੋਇਆ? ਤੁਸੀਂ ਬੋਲ ਰਹੇ ਹੋ, ਤੁਹਾਡੀ ਗੱਲ ਨਹੀਂ ਸੁਣ ਰਹੀ। ਤੁਸੀਂ ਵਿਸ਼ੇ ਤੇ ਰਹੋ, ਜਵਾਬ ਦਿਓ। ਇੱਕ ਸੈਕਿੰਡ ਗਰੇਵਾਲ ਸਾਹਿਬ, ਉਹ ਕਹਿ ਰਹੇ ਨੇ ਕਿ ਤੁਸੀਂ ਵਿਸ਼ੇ ਤੇ ਰਹੋ। ਜੇ ਬੋਲੋ, ਤੁਸੀਂ ਵਿਸ਼ੇ ਤੇ ਰਹੋ, ਇੱਧਰ ਉੱਧਰ ਦੀ ਗੱਲ ਨਾ ਕਰੋ। ਇਹ ਕਹਿ ਰਹੇ ਨੇ, ਦੱਸ ਰਹੇ ਤੁਸੀਂ ਮਾਸਟਰ ਨਹੀਂ ਹੈਗੇ, ਤੁਸੀਂ ਮਾਸਟਰ ਉਂਗਲੀ ਕਿਹਨੂੰ ਦਿਖਾ ਰਹੇ ਹੋ? ਬੈਠੋ ਟੇਕ ਕੇ ਸੁਣੋ। ਹੁਣ ਆ ਗਈ ਜੀ ਅਕਾਲੀ ਦਲ ਦੀ ਗੱਲ। ਅਕਾਲੀ ਦਲ ਜਿਹੜੀ ਤੁਸੀਂ ਕਿਸਾਨ ਹਟਾਈ ਸਰਕਾਰ ਕਹਾਉਂਦੇ ਹੋ, ਅਸੀਂ ਕਿਸਾਨ ਸਰਕਾਰ ਕਹਾਉਂਦੇ ਹੋ, ਤੁਹਾਡੇ ਰਾਜ ਦੇ ਵਿੱਚ ਕਿਸਾਨਾਂ ਦੇ ਲਾਠੀ ਤੁਹਾਡੇ ਭਰਾਵਾਂ ਨੂੰ ਜਵਾਬ ਦੇ ਰਿਹਾ, ਉਹਨਾਂ ਨੇ ਵੀ ਤੁਹਾਡੇ ਬਰਾਬਰ ਦਾ, ਇਕੱਠੇ ਬੋਲ ਲਿਓ, ਕੋਈ ਨਹੀਂ। ਮੈਨੂੰ ਪਤਾ ਪਿੱਛੋਂ ਮੈਸੇਜ ਮਿਲਿਆ ਰੌਲਾ। ਛੱਜਤਾ ਬੋਲੇ, ਛਾਣਨੀ ਕੀ ਬੋਲੇ? ਛੱਜਤਾ ਬੋਲੇ, ਛਾਣਨੀ ਕੀ ਬੋਲੇ? ਬੋਲੇ ਮੈਨੂੰ ਕੁਝ ਨਹੀਂ ਸਮਝ ਆਇਆ। ਕਿਸਾਨਾਂ ਦੇ ਲਾਠੀ ਹੋਇਆ ਕਿ ਨਹੀਂ ਹੋਇਆ? ਬਰਾੜ ਸਾਹਿਬ ਮੈਨੂੰ ਸੱਚੀ ਨਹੀਂ ਸਮਝ ਆ ਰਹੀ। ਚਲੋ ਸੋਢੀ ਸਾਹਿਬ ਉਹਨਾਂ ਨੂੰ ਜਵਾਬ ਦੇ ਲੈਣ। ਇੱਕ ਸੈਕਿੰਡ ਆਪਾਂ ਜਵਾਬ ਮੈਂ ਲੈ ਲੈਣਾ ਜਵਾਬ ਉਹਨਾਂ ਤੋਂ ਸਾਰੇ। ਬੋਲੋ ਜੀ ਗਰੇਵਾਲ ਸਾਹਿਬ। ਚਲੋ ਥੈਂਕ ਯੂ। ਅਕਾਲੀ ਦਲ ਸਰ, ਤੁਸੀਂ ਓਰੀਜਨਲ ਸੰਘਰਸ਼ ਤੋਂ ਉੱਠੀ ਪਾਰਟੀ ਹੋ,
ਜਿਹੜੇ ਕਾਕਿਆਂ ਦੇ ਹੁਣ ਅੱਜ ਕੱਲ ਫੋਰਚੂਨਰ ਚੱਲੀ ਗਈ ਨਾ, ओरिजिनल संघर्ष तो उठी पार्टी। अच्छा मैं गरेवाल साहब एक सेकंड दे रहे बराड़ साहब, रुको गरेवाल साहब एक सेकंड मेरी गल ते सुन लो एक सेकंड। मैं एक अपडेट देनी चाहना है, सारे बुलारे बैठे ने, सरकार ने फैसला ले लिया, एस्मा लागू कर दिता गया है, ਜਿਹੜਾ ਕਿਹਾ ਸੀ ਕਰਨਾ ਹੈ ਉਹ ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਔਰ ਹੁਣ ਅਗਲੇ ਦਿਨਾਂ ਦੇ ਵਿੱਚ ਜੇ ਜੋ ਐਸਮਾ ਦੇ ਮੁਤਾਬਕ ਕਾਨੂੰਨ ਦੀ ਗੱਲ ਕਰੀਏ ਤਾਂ ਕੋਈ ਹੜਤਾਲ ਕੀਤੀ ਹੀ ਨਹੀਂ ਜਾ ਸਕਦੀ। ਸਰਕਾਰ ਨੇ ਇਨ ਰਿਟਨ ਫੈਸਲਾ ਲੈ ਲਿਆ, ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਇਹ ਮੁਲਾਜ਼ਮ ਜਥੇਬੰਦੀਆਂ ਦੀ ਜਾਣਕਾਰੀ ਲਈ ਵੀ ਦੱਸ ਰਹੇ ਹਾਂ ਜੀ। ਬਰਾੜ ਸਾਹਿਬ ਦੇਖੋ, ਹੁਣ ਤੁਸੀਂ ਆਪਦੀ ਗੱਲ ਕਹਿ ਸਕਦੇ ਹੋ ਜੀ। ਮੈਨੂੰ ਸਿਰਫ ਐਸਮਾ ਸੁਣਿਆ, ਮੈਂ ਤੁਹਾਨੂੰ ਝੂਠ ਨਹੀਂ ਬੋਲ ਰਿਹਾ ਜਦੋਂ ਮੈਂ ਕਹਿ ਰਿਹਾ ਐਸਮਾ ਲਾਗੂ ਹੋ ਗਿਆ ਜੀ। ਮੈਂ ਸੁਣ ਗਿਆ ਮੈਨੂੰ ਗੱਲ ਸਮਝ ਆ ਗਈ ਤੁਹਾਡੀ।